ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਪਹਿਲਾਂ ਦਸਮ ਪਿਤਾ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੇ ਹੋ, ਗੁਰੂ ਦਰ ਆ ਕੇ ਉਸ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗੁਰੂ ਦੀ ਬਾਣੀ, ਗੁਰੂ ਦੀ ਸ਼ਹਿਦ ਵਰਗੀ ਮਿੱਠੀ ਬਾਣੀ, ਉਸ ਤੋਂ ਉਪਰੰਤ ਕੀਰਤਨ, ਵੱਡੇ ਭਾਗਾਂ ਨਾਲ ਇਹ ਚੀਜ਼ਾਂ ਨਸੀਬ ਹੁੰਦੀਆਂ ਨੇ। ਅੱਜ ਦਾ ਇਹ ਸ਼ੁਭ ਦਿਹਾੜਾ ਸਾਡੇ ਸਤਿਕਾਰਯੋਗ ਵੀਰ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਨੇ ਆਪਣੀ ਬੇਟੀ ਦੇ ਅਨੰਤ ਕਾਰਜ ਹੋਏ ਹਨ, ਉਹਨਾਂ ਦੀ ਖੁਸ਼ੀ ਵਿੱਚ ਕੀਤਾ। ਪਰਮਾਤਮਾ ਉਹਨਾਂ ਨੂੰ ਬਹੁਤ ਖੁਸ਼ ਰੱਖੇ, ਹਮੇਸ਼ਾ ਹੀ ਆਪਣੇ ਲੜ ਨਾਲ ਜੋੜੀ ਰੱਖੇ, ਆਪਣੇ ਲੜ ਲਾਈ ਰੱਖੇ, ਔਰ ਹਰ ਤਰ੍ਹਾਂ ਦਾ ਆਨੰਦ, ਹਰ ਤਰ੍ਹਾਂ ਦੀ ਖੁਸ਼ੀ ਪਰਿਵਾਰ ਨੂੰ ਪ੍ਰਾਪਤ ਹੋਵੇ। ਕੁਝ ਸਮਾਂ ਪਹਿਲਾਂ ਦਾਸ ਨੇ ਇੱਕ ਕੋਸ਼ਿਸ਼ ਪ੍ਰਾਰੰਭ ਕੀਤੀ ਸੀ। ਉਸ ਅਕਾਲ ਪੁਰਖ ਦੀ ਕਿਰਪਾ ਹੋਈ। ਤੁਛ ਬੁੱਧੀ ਹੈ, ਪਰ ਲੜੀਵਾਰ ਕਥਾ ਜਪਜੀ ਸਾਹਿਬ ਦੀ ਸ਼ੁਰੂ ਕੀਤੀ ਸੀ। 5 ਪੌੜੀਆਂ ਤੱਕ ਜਪਜੀ ਸਾਹਿਬ ਦੀ ਕਥਾ ਹੋ ਚੁੱਕੀ ਹੈ। ਉਹਨਾਂ 5 ਪੌੜੀਆਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਕਾਲ ਪੁਰਖ, ਉਹ ਪਰਮਾਤਮਾ, ਉਹ ਇੱਕ ਹੈ, ਉਹ ਸੱਚ ਹੈ। ਉਸ ਸੱਚ ਦੇ ਵਿੱਚ ਤੇ ਇਨਸਾਨ ਦੇ ਵਿੱਚ ਸਿਰਫ ਇੱਕ ਹੀ ਕੰਧ ਹੈ, ਇੱਕ ਹੀ ਪਾਲ ਹੈ, ਉਹ ਕੂੜ ਦੀ ਪਾਲ ਹੈ। ਉਸ ਨੂੰ ਗਿਰਾਉਣਾ ਕਿਸ ਤਰ੍ਹਾਂ ਹੈ? ਉਸ ਸੱਚੇ ਦੇ ਹੁਕਮ ਦੇ ਵਿੱਚ ਚੱਲ ਕੇ, ਉਸ ਸੱਚੇ ਦੀ ਰਜ਼ਾ ਦੇ ਵਿੱਚ ਚੱਲ ਕੇ, ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਉਸ ਨੂੰ ਗਿਰਾਉਣਾ ਹੈ। ਉਹ ਪਰਿਪੂਰਨ ਪਰਮਾਤਮਾ ਜਿਸ ਨੇ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ ਹੈ, ਉਹ ਕਰਤਾ ਹੈ। ਦੁਨੀਆ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸੂਫੀ ਸੰਤ ਮਹਾਂਪੁਰਸ਼ ਹੋਏ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਬਾਣੀ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਗਾਇਆ। ਕਿਸੇ ਨੇ ਉਸ ਪਰਮਾਤਮਾ ਨੂੰ ਸ਼ਕਤੀ ਦੱਸਿਆ, ਕਿਉਂਕਿ ਜਦ ਵੀ ਉਸ ਪਰਮਾਤਮਾ ਦੇ ਨਾਲ ਕੋਈ ਜੁੜਿਆ ਭਗਤ, ਉਸ ਨੂੰ ਜਿਸ ਤਰ੍ਹਾਂ ਦਾ ਗਿਆਨ ਉਸ ਤੋਂ ਮਿਲਿਆ, ਉਹਨੇ ਉਸ ਦੀ ਹੀ ਵਿਆਖਿਆ ਕੀਤੀ। ਅਨੇਕਾਂ ਤਰ੍ਹਾਂ ਦੇ ਕਥਾਕਾਰ ਉਸ ਦੀਆਂ ਕਥਾ ਕਰ ਗਏ, ਕਿਉਂਕਿ ਉਸ ਪੂਰੇ ਦੀ ਕਥਾ ਨਹੀਂ ਖਤਮ ਹੁੰਦੀ, ਇਨਸਾਨ ਖਤਮ ਹੋ ਜਾਂਦਾ ਹੈ। ਉਹਦਾ ਹੁਕਮ ਅਸੀਮ ਹੈ, ਉਹ ਆਪ ਵੱਡਾ ਹੈ, ਔਰ ਉਹ ਆਪਣੇ ਹੁਕਮ ਦੇ ਵਿੱਚ ਚੱਲਦੇ ਹੋਏ ਸੰਸਾਰ ਨੂੰ ਦੇਖ ਕੇ ਵਿਗਸ ਰਿਹਾ ਹੈ, ਖੇੜੇ ਵਿੱਚ ਆ ਰਿਹਾ ਹੈ। ਕਦੇ ਕਦੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਭੂ ਦੀ, ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਕੇ ਉਸ ਦੇ ਦਰਬਾਰ ਨੂੰ ਪ੍ਰਾਪਤ ਕਰਦਾ ਹੈ, ਉਸ ਪਰਮਾਤਮਾ ਦੀ ਖੁਸ਼ੀ ਨੂੰ ਪ੍ਰਾਪਤ ਕਰਦਾ ਹੈ। ਉਸ ਤੋਂ ਅੱਗੇ ਗੁਰੂ ਸਾਹਿਬ 6ਵੀਂ ਪੌੜੀ ਦੇ ਵਿੱਚ ਫਰਮਾ ਰਹੇ ਹਨ, ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਪਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ। ਗੁਰੂ ਨਾਨਕ ਦੇਵ ਜੀ 6ਵੀਂ ਪੌੜੀ ਦੇ ਵਿੱਚ ਉਸ ਪਰਮਾਤਮਾ ਦੇ ਬੁਨਿਆਦੀ ਧਾਰਮਿਕ ਵਿਚਾਰਾਂ ਦਾ ਜ਼ਿਕਰ ਕਰਦੇ ਹਨ। ਪ੍ਰਭੂ ਨੂੰ ਭਾ ਜਾਈਏ, ਚੰਗੇ ਲੱਗੀਏ ਤਾਂ ਸਭ ਕੁਝ ਪ੍ਰਵਾਨ ਹੋ ਜਾਂਦਾ ਹੈ। ਤੀਰਥ ਨਾਵਾਂ ਜੇ ਤਿਸ ਪਾਵਾਂ। ਤੀਰਥ, ਤੱਟ, ਦਰਿਆ ਦੀ ਜਾਂ ਨਦੀ ਦੀ ਉਹ ਜਗ੍ਹਾ ਜਿਸ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਦੂਸਰੇ ਪਾਸੇ ਪਾਰ ਹੋਣ ਦੇ ਲਈ ਉਸ ਜਗ੍ਹਾ ਨੂੰ ਵਰਤਿਆ ਜਾਵੇ, ਉਸ ਨੂੰ ਤੱਟ ਕਹਿੰਦੇ ਹਨ। ਭਵ ਸਾਗਰ ਤੋਂ ਪਾਰ ਹੋਣ ਦੇ ਲਈ ਜਿਸ ਤੱਟ ਦਾ ਇਸਤੇਮਾਲ ਹੁੰਦਾ ਹੈ, ਜਿਹੜਾ ਤੱਟ ਵਸੀਲਾ ਬਣਦਾ ਹੈ ਉਸ ਗੁਰੂ ਤੱਕ ਪਹੁੰਚਣ ਲਈ, ਉਸ ਭਵ ਸਾਗਰ ਨੂੰ ਪਾਰ ਕਰਨ ਦੇ ਲਈ,
ਉਸ ਨੂੰ ਤੀਰਥ ਕਹਿੰਦੇ ਹਨ। ਧਰਤੀ ਦੇ ਉੱਤੇ ਬਹੁਤ ਸਾਰੇ ਐਸੇ ਤੀਰਥ ਹਨ ਜਿਹੜੇ ਅੱਜ ਵੀ ਪੂਜੇ ਜਾਂਦੇ ਹਨ। ਤੀਰਥ ਉਹ ਜਗ੍ਹਾ ਜਿੱਥੇ ਪੁਰਾਤਨ ਸਮੇਂ ਦੇ ਵਿੱਚ ਤੀਰਥਾਂ ਦਾ ਰਟਨ ਕੀਤਾ ਜਾਂਦਾ ਸੀ, ਕਿਉਂਕਿ ਬਹੁਤ ਸਾਰੇ ਰਿਸ਼ੀ ਮੁਨੀ ਭਗਤ ਗੁਰਬਾਣੀ ਦਾ ਉਚਾਰਨ ਕਰਦੇ ਸਨ, ਉਸ ਗੁਰਬਾਣੀ ਦੀ ਗੁੰਜਾਰ ਨੂੰ ਗਾਉਂਦੇ ਸਨ, ਉਸ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਔਰ ਪਾਣੀ ਐਸਾ ਹੈ ਕਿ ਪਾਣੀ ਜੋ ਗੁਰਬਾਣੀ ਹੈ ਉਸ ਨੂੰ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਲੀਨ ਕਰਨ ਦੀ ਸਮਰੱਥਾ ਰੱਖਦਾ ਹੈ। ਔਰ ਖਾਕ ਵੀ, ਜਿਹੜੀ ਮਿੱਟੀ ਹੈ, ਉਹ ਵੀ ਆਪਣੇ ਆਪ ਵਿੱਚ ਸੰਪੂਰਨ ਹੈ ਗੁਰੂ ਸਾਹਿਬ ਦੀ ਬਾਣੀ ਨੂੰ ਜਾਂ ਗੁਰਬਾਣੀ ਜਿਹੜੀ ਹੈ ਉਸ ਨੂੰ ਆਪਣੇ ਆਪ ਵਿੱਚ ਲੀਨ ਕਰਨ ਦੇ ਲਈ। ਕਿਉਂਕਿ ਜਿੱਥੇ ਗੁਰੂ ਦੀ ਬਾਣੀ ਦਾ ਜਾਪ ਹੁੰਦਾ ਹੈ, ਜਿੱਥੋਂ ਉਸ ਪਰਮਾਤਮਾ ਦਾ ਚਿੰਤਨ ਹੁੰਦਾ ਹੈ, ਜਿੱਥੇ ਉਸ ਦੀ ਯਾਦ ਆਉਂਦੀ ਹੈ, ਜਿੱਥੇ ਉਸ ਦੇ ਦੈਵੀ ਗੁਣਾਂ ਦੀ ਸੰਪਦਾ ਮਿਲਦੀ ਹੈ, ਉਸ ਜਗ੍ਹਾ ਨੂੰ ਤੀਰਥ ਕਹਿੰਦੇ ਹਨ। ਉਹ ਤੀਰਥ ਜਿਸ ਦਾ ਪਾਣੀ ਜਦੋਂ ਗੁਰਬਾਣੀ ਹੁੰਦੀ ਹੈ ਤੇ ਉਹ ਅੰਮ੍ਰਿਤ ਬਣ ਜਾਂਦਾ ਹੈ। ਜਿਸ ਤਰ੍ਹਾਂ ਪੰਜ ਪਿਆਰੇ ਪਾਣੀ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਕਰਦੇ ਹਨ, ਉਹ ਅੰਮ੍ਰਿਤ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜੀ ਖਾਕ ਹੈ, ਜਦੋਂ ਉਹਦੇ 'ਤੇ ਗੁਰਬਾਣੀ ਪੜ੍ਹੀ ਜਾਂਦੀ ਹੈ ਤਾਂ ਉਹ ਗੁਰਬਾਣੀ ਜਿਹੜੀ ਹੈ ਉਸ ਨੂੰ ਮਿੱਟੀ ਜਜ਼ਬ ਕਰਨ ਦਾ ਪੂਰਾ ਸੰਪੂਰਨ ਤੌਰ 'ਤੇ ਸਮਰੱਥ ਹੈ ਉਸ ਨੂੰ ਕਰਨ ਦੇ ਲਈ। ਇਸੇ ਕਰਕੇ ਹੀ ਅੰਮ੍ਰਿਤ ਦਾ ਔਰ ਸੰਤ ਮਹਾਂਪੁਰਸ਼ਾਂ ਦੀ ਧੂੜੀ ਦਾ ਬਹੁਤ ਮਹੱਤਵ ਹੈ। ਈਰਾਨ ਦੇ ਇੱਕ ਪ੍ਰਸਿੱਧ ਸੰਤ ਹੋਏ ਨੇ ਹਾਫਿਜ਼। ਉਹ ਕਹਿੰਦੇ ਨੇ, ਸੁਰਮਾ ਕੁੰਤੋ ਖਾਕ ਔਲੀਆ ਤਾਬਾ ਬੀਨੀ ਇਬਤਦਾ ਇੰਤਹਾ। ਅਗਰ ਤੂੰ ਉਸ ਪਰਮਾਤਮਾ ਨੂੰ ਆਦ ਤੋਂ ਅੰਤ ਤੱਕ ਦੇਖਣਾ ਚਾਹੁੰਦਾ ਹੈ ਤਾਂ ਸਤਿਪੁਰਸ਼ਾਂ ਦੀ, ਸੰਤ ਮਹਾਂਪੁਰਸ਼ਾਂ ਦੀ ਜਿਹੜੀ ਖਾਕ ਹੈ, ਉਹਨਾਂ ਦੇ ਚਰਨਾਂ ਦੀ ਜਿਹੜੀ ਖਾਕ ਹੈ, ਉਸ ਦਾ ਸੁਰਮਾ ਬਣਾ, ਉਸ ਨੂੰ ਮਸਤਕ 'ਤੇ ਲਾ, ਉਸ ਨੂੰ ਆਪਣੀਆਂ ਅੱਖਾਂ 'ਚ ਪਾ। ਕਿਉਂਕਿ ਉਹ ਖਾਕ ਜੋ ਉਹ ਸਮਰੱਥ ਹੈ ਇਨਸਾਨ ਨੂੰ ਇਸ ਭਵ ਸਾਗਰ ਤੋਂ ਪਾਰ ਕਰਨ ਦੇ ਲਈ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਤੂਰੈ। ਗੁਰੂ ਸਾਹਿਬ ਕਹਿੰਦੇ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਕੇ, ਹੇ ਅਕਾਲ ਪੁਰਖ, ਮੇਰੀ ਵੀ ਇੱਕ ਮੰਗ ਹੈ, ਮੇਰੀ ਵੀ ਇੱਕ ਇੱਛਾ ਹੈ, ਪੂਰਨ ਕਰੋ। ਅੰਤਰਜਾਮੀ ਪੁਰਖ ਵਿਦਾਤੇ, ਇਹ ਅੰਤਰ ਆਤਮਾ ਦੀ ਜਾਣਨ ਵਾਲੇ ਸਤਿਪੁਰਸ਼ ਅਕਾਲ ਪੁਰਖ ਮੇਰੇ ਮਨ ਦੀ ਸ਼ਰਧਾ ਨੂੰ ਵੀ ਪੂਰਨ ਕਰੋ। ਕੀ ਸ਼ਰਧਾ ਹੈ, ਕੀ ਮੰਗ ਹੈ? ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਤੂਰੈ। ਮੈਨੂੰ ਇਹ ਸੁਖ ਦਿਓ ਕਿ ਮੈਂ ਸਤਿਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਣ ਜਾਵਾਂ। ਅੰਮ੍ਰਿਤ ਜੋ ਬਣਦਾ ਹੈ ਗੁਰਬਾਣੀ ਤੋਂ, ਜੋ ਤੀਰਥਾਂ ਦਾ ਰਟਨ ਹੁੰਦਾ ਹੈ, ਤੇ ਉੱਥੇ ਜਾ ਕੇ ਲੋਕ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੁੰਦੇ ਹਨ। ਕਿਉਂਕਿ ਅੰਮ੍ਰਿਤ ਜੋ ਹੈ ਉਸ ਨੂੰ ਪਾ ਕੇ, ਔਰ ਜੋ ਖਾਕ ਹੈ ਸੰਤ ਮਹਾਂਪੁਰਸ਼ਾਂ ਦੀ, ਉਸ ਨੂੰ ਮਸਤਕ 'ਤੇ ਲਾ ਕੇ ਇਸ ਲੋਕ ਦੀ ਸੱਚਾਈ ਔਰ ਉਸ ਲੋਕ ਦੀ ਜਿਹੜੀ ਗਹਿਰਾਈ ਹੈ ਉਸ ਦਾ ਗਿਆਨ ਹੁੰਦਾ ਹੈ। ਇਹ ਸਾਰੀ ਸਾਧਨਾ ਜੋ ਹੈ ਇਹ ਉਸ ਪਰਮਾਤਮਾ ਨੂੰ ਭਾ ਜਾਈਏ, ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਈਏ, ਇਸੇ ਲਈ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ, ਤੀਰਥ ਨਾਵਾਂ ਜੇ ਤਿਸ ਭਾਵਾਂ, ਕਿ ਮੈਂ ਤੀਰਥਾਂ ਦਾ ਇਸ਼ਨਾਨ ਕਰਾਂ, ਪਰ ਜੇ ਤੈਨੂੰ ਉਹ ਚੰਗਾ ਨਾ ਲੱਗੇ, ਜੇ ਤੈਨੂੰ ਉਹ ਨਾ ਭਾਵੇ, ਤੇ ਮੇਰਾ ਉਹ ਤੀਰਥਾਂ ਦਾ ਇਸ਼ਨਾਨ ਕੀਤਾ ਕਿਸ ਕੰਮ ਦਾ? ਉਹ ਤੀਰਥਾਂ ਦਾ ਇਸ਼ਨਾਨ ਜੋ ਹੈ ਮੇਰੇ ਲਈ ਉਹ ਅਸਫਲ ਹੈ, ਕਿਉਂਕਿ
जो भी कारज असीं उस परमात्मा दे लिए करना है वो इस करके करते हाँ, ये सारे ही कारज के उस परमात्मा नूं, उस परिपूर्ण परमात्मा नूं पा जाइए। गुरु साहब कहते हैं, जेती श्रेष्ठ उपाई देखा विण कर्मा के मिले लई। कि मैं जिथों तक भी इस सृष्टि नूं देख रहा हाँ, ये बहुत सारे पदार्थां दे नाल भरी हुई है। हीरे जवाहरात, इस धरती के उत्ते किसी भी चीज़ की कोई कमी नहीं है, हर एक चीज़ मौजूद है। विण कर्मा के मिले लई, पर हर एक इंसान नूं बिना कर्मा तो कुछ भी प्राप्त नहीं होंदा। हर इंसान नूं इस पदार्थ रूपी जल उतना ही प्राप्त होंदा है जितना उस दे घड़े दे विच समर्था हुंदी है, उसनूं उतना ही वो जल मिलता है। जेती श्रेष्ठ उपाई वेखां विण कर्मा के मिले लई। मत विच रतर जवाहर माणक, जे एक गुर की सिख सुनी। जिस तरह इंसान ने खोज की है, पहाड़ों के विचों उसने हीरे जवाहरात कड्ढे हैं बाहरी औजार लैके, क्योंकि इंसान की जिहड़ी खोज है हाले तक बाहरी है। उसने पहाड़ों दीआं कुखां दे विचों हीरे मोती लभे हैं, समुंदर का सीना चीर के मोती लभे हैं, पर उसकी खोज हले बाहरी खत्म नहीं हुई। वो बाहरी तौर पर खोज रहा है, पर गुरु साहब कहते हैं कि जिस तरह बाहर बहुत कुछ है, ये संसार जो है पदार्थां नाल, हर चीज़ नाल भरिया होया है। इंसान का अंत हो जाता है, पर पदार्थां का कदे अंत नहीं हुंदा। ये जो भी उसनूं जीवन दे विच चाहीदा है उसका कदे अंत नहीं हुंदा। पर ये साडी जिहड़ी बाहरी खोज है वो परमात्मा ने दसी है, पर वो अगे कहते हैं, मत विच रतन जवाहर माणक, कि ए बंदे तेरी मत जिहड़ी है वो भी रत्ना दे नाल भरी हुई है। जिस तरह बाहर तुहानूं सारे पदार्थ मिलते हैं, हर चीज़ की खोज की है, उसी तरह तुहाडे अंदर भी जो है वो मत जिहड़ी है वो माणकां दे नाल, वो मोतियां दे नाल भरी हुई है। वो किहड़े मोती हैं? सबर संतोख दे मोती, निर्वैर दे मोती। वो परमात्मा जो परिपूर्ण परमात्मा साडे हिरदे दे विच है, वो अनमोलक हीरा। ए बंदे, ये तेरी मत जिहड़ी है ये इन्हां सारियां खाणां दे नाल भरी हुई है, पर तू इस दी खोज नहीं करदा। मत विच रतन जवाहर माणक, तू इस दी खोज नहीं करदा। इस दी खुदाई तू किस तरह करेगा? जे एक गुर की सिख सुनी, उस गुरु दे शब्द नूं सुन। वो परिपूर्ण परमात्मा, वो जो अकाल पुरख है, वो जो तेनू कह रहा है, वो जो तेनू मत दे रहा है, उस मत नूं सुन। उस मत नूं सुनदे ही, उस शब्द नूं सुनदे ही तू जे उसनूं ध्यान नाल सुनेगा, गहराई तक जावेगा, अपने अंदर तक जावेगा। बाहर दे पदार्थां दी इंसान ने कीमतां लगा दित्तियां हन, पर जो अंदर दे मोती हैं उन्हां दी कीमत अज तक किसी ने नहीं लगाई, क्योंकि उसका रस ही नहीं किसी ने माणिया। जिस चीज़ का तुसीं कदे रस नहीं माणिया, उसकी कदे कीमत नहीं लगा सकते। इसलिए गुरु साहब कहते हैं कि ए बंदे, तेरी मत दे विच जो हीरे हैं उन्हां नूं खोज। उन्हां नूं खोजना किस तरह है? उस गुरबाणी नूं, उस शब्द नूं पढ़ के, गुरु की सिक्ख्या लैके। गुरु जो है वो उस मार्ग ते चलण का जो रस्ता दसदा है। गुरु कौन है? शब्द। इस शब्द नूं सुन, इस शब्द नूं अपने अंतर आत्मा दे विच वसा। उस गुरबाणी के आधार पर, उस शब्द के आधार पर अपने जीवन नूं बना, तां तू ये जिहड़ी मत दे विच तेरे रतन है, जिस तरह तू गहराई च जावेगा, उस तरह ही तू इन्हां रत्नां की प्राप्ति करी जाएगा। मत विच रतन जवाहर माणक, जे एक गुर की सिख सुनी, गुरा एक देह बुझाई। ऐ परिपूर्ण परमात्मा, ऐ अकाल पुरख, मैनू एक गल की बूझ दे, मैनू एक गल की समझ दे, मैनू एक गल का ज्ञान दे। किस दा? उस एक दा,
ਉਹ ਪਰਿਪੂਰਨ ਪਰਮਾਤਮਾ ਦਾ, ਉਸ ਦੀ ਮੈਨੂੰ ਬੂਝ ਦੇ, ਉਸ ਦੀ ਮੈਨੂੰ ਸਮਝ ਦੇ, ਉਸ ਦਾ ਮੈਨੂੰ ਗਿਆਨ ਦੇ। ਕਿਸ ਇੱਕ ਦਾ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਜੋ ਹਰ ਇੱਕ ਜੀਵ ਦਾ ਪਾਲਣਹਾਰ ਹੈ, ਜੋ ਹਰ ਇੱਕ ਦਾ ਪ੍ਰਤਪਾਲਕ ਹੈ, ਉਸ ਦੀ ਮੈਨੂੰ ਸੂਝ ਦੇ। ਕੱਲੀ ਸੂਝ ਹੀ ਨਹੀਂ ਦੇ, ਕੱਲੀ ਸਮਝ ਹੀ ਨਹੀਂ ਦੇ, ਸੋ ਮੈਂ ਵਿਸਰ ਨਾ ਜਾਈ। ਮੈਂ ਉਸ ਨੂੰ ਕਦੇ ਵਿਸਰਾਂ ਨਾ, ਮੈਂ ਉਸ ਨੂੰ ਕਦੇ ਭੁੱਲਾਂ ਨਾ। ਉਸ ਦੀ ਯਾਦ ਹਮੇਸ਼ਾ ਹਿਰਦੇ ਦੇ ਵਿੱਚ ਬਣੀ ਰਹੇ। ਕਿਉਂਕਿ ਅਸੀਂ ਭੁੱਲੇ ਕਿਉਂ ਹਾਂ? ਉਸ ਪਰਮਾਤਮਾ ਨੂੰ ਕੋਈ ਕਹਿ ਰਿਹਾ ਹੈ ਉਹ ਸਤਵੇਂ ਅਸਮਾਨ 'ਤੇ ਹੈ, ਕੋਈ ਕਹਿ ਰਿਹਾ ਹੈ ਉਹ ਸਤਵੇਂ ਪਾਤਾਲ ਦੇ ਵਿੱਚ ਹੈ, ਕਿਉਂਕਿ ਅਸੀਂ ਉਸ ਦੀ ਖੋਜ ਹੀ ਨਹੀਂ ਕੀਤੀ, ਉਸ ਦਾ ਚੇਤਾ ਹੀ ਨਹੀਂ ਕੀਤਾ, ਉਸ ਨੂੰ ਯਾਦ ਨਹੀਂ ਕੀਤਾ। ਯਾਦ ਕੌਣ ਰਹਿੰਦਾ ਹੈ? ਹਿਰਦੇ ਵਿੱਚ ਕੌਣ ਰਹਿੰਦਾ ਹੈ ਜਿਸ ਨੂੰ ਅਸੀਂ ਯਾਦ ਕਰੀਏ, ਜਿਸ ਦੀ ਯਾਦ ਹਰ ਵਕਤ ਰਵੇ। ਉਹ ਯਾਦ ਜਿਹੜੀ ਹੈ ਉਹੀ ਸਾਨੂੰ ਜਿਹੜੀ ਉਸ ਪਰਮਾਤਮਾ ਤੱਕ ਪਹੁੰਚਾ ਦਿੰਦੀ ਹੈ। ਕਈ ਵਾਰੀ ਦੇਖਿਆ ਹੈ ਕਿ ਇੱਕ ਬੰਦਾ ਕੋਲ ਬੈਠਾ ਹੁੰਦਾ, ਦੂਸਰੇ ਨੂੰ ਪੁੱਛ ਲਓ ਇਹ ਕੌਣ ਹੈ, ਉਹ ਕਹਿੰਦਾ ਇਹ ਕੋਈ ਦੂਰ ਦਾ ਹੈ। ਉਹ 2 ਫੁੱਟ ਦੀ ਦੂਰੀ ਨਹੀਂ ਹੈ ਸਾਧ ਸੰਗਤ ਜੀ, ਤੇ ਉਸ ਨੂੰ ਅਸੀਂ ਦੂਰ ਕਹਿੰਦੇ ਹਾਂ। ਦੂਸਰੇ ਹੀ ਪਲ ਅਸੀਂ ਉਸ ਨੂੰ ਪੁੱਛਿਆ, ਕੋਈ 5000 7000 ਮੀਲ ਕੋਈ ਦੂਰ ਰਹਿ ਰਿਹਾ ਹੈ ਇਨਸਾਨ, ਤੇ ਉਸ ਦਾ ਪੁੱਛਿਆ ਤੇ ਉਹ ਇਨਸਾਨ ਜੋ ਪਹਿਲਾਂ ਨੇੜੇ ਬੈਠੇ ਨੂੰ ਦੂਰ ਕਹਿ ਰਿਹਾ ਸੀ, ਉਸ ਦਾ ਚਿਹਰਾ ਖੁਸ਼ੀ ਦੇ ਨਾਲ ਖਿੜ ਗਿਆ। ਹਾਂ ਕਹਿੰਦਾ ਉਹ ਤੇ ਮੇਰੇ ਨੇੜੇ ਦਾ ਹੈ। ਹੁਣ ਇੱਕ 7000 ਮੀਲ ਬੈਠਾ ਬੰਦਾ ਨੇੜੇ ਲੱਗ ਰਿਹਾ ਹੈ, ਔਰ ਇੱਕ ਜੋ ਬੰਦਾ 2 ਫੁੱਟ ਦੀ ਦੂਰੀ 'ਤੇ ਬੈਠਾ ਹੈ ਉਹ ਸਾਨੂੰ ਦੂਰ ਲੱਗ ਰਿਹਾ ਹੈ। ਉਸ ਦਾ ਕਾਰਨ ਕੀ ਹੈ ਕਿ ਸਾਨੂੰ ਯਾਦ ਨਹੀਂ ਹੈ, ਸਾਡੇ ਚੇਤੇ ਵਿੱਚ ਨਹੀਂ ਹੈ। ਜੇ ਕੋਈ ਪਦਾਰਥ ਅਸੀਂ ਘਰ ਦੇ ਵਿੱਚ ਰੱਖਿਆ ਹੈ, ਉਹ ਜੇ ਯਾਦ ਦੇ ਵਿੱਚ ਨਹੀਂ ਹੈ ਤੇ ਉਹ ਨਹੀਂ ਹੈ। ਜਦ ਤੱਕ ਉਹ ਯਾਦ ਦੇ ਵਿੱਚ ਨਹੀਂ ਆਉਂਦਾ, ਉਹ ਚੇਤੇ 'ਚ ਨਹੀਂ ਆਉਂਦਾ, ਉਹਦਾ ਚਿੰਤਨ ਨਹੀਂ ਹੁੰਦਾ, ਉਹ ਨਹੀਂ ਹੈ। ਇਸੇ ਤਰ੍ਹਾਂ ਹੀ ਉਹ ਪਰਿਪੂਰਨ ਪਰਮਾਤਮਾ ਜੋ ਹੈ ਉਹ ਯਾਦ ਦੇ ਵਿੱਚ ਨਹੀਂ ਹੈ, ਉਹ ਚੇਤੇ ਦੇ ਵਿੱਚ ਨਹੀਂ ਹੈ। ਅਗਰ ਅਸੀਂ ਇਸ ਨੂੰ ਯਾਦ ਦੇ ਵਿੱਚ ਰੱਖਾਂਗੇ, ਜੋ ਸਾਡੇ ਵਿਚਾਰ ਸਾਡੇ ਫੁਰਨੇ ਫੁਰਦੇ ਹਨ ਉਹ ਮਤ ਹੈ, ਔਰ ਜੋ ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰਦੇ ਹਾਂ ਜਾਂ ਕਿਸੇ ਦੀ ਯਾਦ ਕਰਦੇ ਹਾਂ, ਉਹੀ ਚਿੱਤ ਬਣ ਜਾਂਦਾ ਹੈ, ਉਹੀ ਹਿਰਦੇ ਦੇ ਵਿੱਚ ਨਿਵਾਸ ਕਰ ਜਾਂਦਾ ਹੈ। ਭਗਤ ਪੀਪਾ ਜੀ ਕਹਿੰਦੇ ਹਨ, ਕਾਇਆ ਬਹੁਖੰਡ ਖੋਜ ਤੇ ਨੌ ਨਿਧ ਪਾਈ, ਕਿ ਜਿੰਨੇ ਧਿਆਨ ਦੇ ਨਾਲ ਉਸ ਨੂੰ ਸੁਣਾਂਗੇ, ਜਿੰਨੇ ਹੀ ਪਿਆਰ ਦੇ ਨਾਲ ਉਸ ਨੂੰ ਸੁਣਾਂਗੇ। ਮੈਂ ਇਸ ਕਾਇਆ ਨੂੰ ਖੋਜਿਆ ਹੈ, ਇਸ ਕਾਇਆ ਨੂੰ ਖੋਜ ਕੀਤੀ ਹੈ, ਇਸ ਕਾਇਆ ਦੀ ਖੋਜ ਕਰਕੇ, ਇਸ ਕਾਇਆ ਦੀ ਖੋਜ ਕਰਦਿਆਂ ਹੀ ਸਾਨੂੰ ਜਿਹੜੇ 9 ਨਿਧਾਨ ਹੈ ਉਹ ਪ੍ਰਾਪਤ ਹੋ ਜਾਂਦੇ ਹਨ। ਕਹਿੰਦਾ ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦਹਾਈ ਜੋ ਬ੍ਰਹਮੰਡੈ, ਸੋਈ ਪਿੰਡੈ ਜੋ ਖੋਜੈ ਸੋ ਪਾਵੈ। ਕਿ ਇਹ ਇਨਸਾਨ ਜੋ ਪੂਰੇ ਬ੍ਰਹਿਮੰਡ ਦੇ ਵਿੱਚ ਹੈ, ਜੋ ਕੁਛ ਤੂੰ ਦੇਖ ਰਿਹਾ ਹੈ, ਉਹੀ ਕੁਝ ਤੇਰੇ ਇਸ ਪਿੰਡ ਦੇ ਵਿੱਚ ਹੈ, ਤੇਰੇ ਇਸ ਸਰੀਰ ਦੇ ਵਿੱਚ ਹੈ। ਬਸ ਤੇਰੀ ਖੋਜ ਉਸ ਪਾਸੇ ਨਹੀਂ ਜਾ ਰਹੀ। ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਧ ਪਾਈ। 6ਵੀਂ ਪੌੜੀ ਦਾ ਮੂਲ ਉਪਦੇਸ਼ ਇਹੀ ਹੈ ਕਿ ਉਸ ਪਰਮਾਤਮਾ ਨੂੰ ਯਾਦ ਕਰਨਾ, ਉਹ ਕਾਰਜ ਕਰਨਾ ਜੋ ਉਸ ਪਰਮਾਤਮਾ ਨੂੰ ਭਾ ਜਾਵੇ, ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਸ਼ੁੱਧ ਹੋ ਜਾਵੇ, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਜਾਵੇ, ਉਸ ਦੀ ਹੀ ਸਾਨੂੰ ਬੂਝ ਆਵੇ, ਉਸ ਦਾ ਹੀ ਸਾਨੂੰ ਚੇਤਾ ਆਵੇ। ਗੁਰੂ ਦੀ ਲੋੜ ਸਾਨੂੰ ਕਿਉਂ ਹੈ? ਕਿਉਂਕਿ ਸੰਸਾਰ ਦਾ ਜੋ ਗਿਆਨ ਹੈ ਉਹ ਸਾਨੂੰ ਸੰਸਾਰ ਤੋਂ ਪਤਾ ਲੱਗ ਜਾਂਦਾ ਹੈ, ਭੈਣਾਂ ਭਰਾਵਾਂ ਤੋਂ ਪਤਾ ਲੱਗ ਜਾਂਦਾ ਹੈ, ਇਹ ਦੁਨੀਆ ਸਾਨੂੰ ਸਿਖਾ ਦਿੰਦੀ ਹੈ। ਪਰ ਉਸ ਗੁਰੂ ਦੀ, ਉਸ ਸ਼ਬਦ ਦੀ ਖੋਜ ਦੇ ਲਈ ਸਾਨੂੰ ਗੁਰੂ ਦੀ ਲੋੜ ਹੈ। ਗੁਰੂ ਜੋ ਪ੍ਰਕਾਸ਼ ਰੂਪ ਹੈ, ਜਦ ਤੱਕ ਅਸੀਂ ਉਸ ਪਰਮਾਤਮਾ ਨੂੰ ਯਾਦ ਦੇ ਵਿੱਚ ਰੱਖਦੇ ਹਾਂ, ਸਾਡੇ ਜੀਵਨ ਦੇ ਵਿੱਚ ਪ੍ਰਕਾਸ਼ ਬਣਿਆ ਰਹਿੰਦਾ ਹੈ। ਜਦੋਂ ਉਹ ਸਾਡੇ ਤੋਂ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ, ਉਦੋਂ ਜਿਹੜੀ ਹੈ ਉਹ ਮੱਸਿਆ ਦੀ ਰਾਤ ਵਾਂਗ ਬਣ ਜਾਂਦਾ ਹੈ। ਸਾਡੇ ਜੀਵਨ ਦੇ ਵਿੱਚ ਜਿਤਨੇ ਵੀ ਕਸ਼ਟ ਹਨ ਉਹ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਉਹ ਪਰਿਪੂਰਨ ਪਰਮਾਤਮਾ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਉਸ ਨੂੰ ਯਾਦ ਕਰ,
उस दी बूझ दे, अरदास करो उस परमात्मा अगे, क्योंकि अरदास ही है जो उस परमात्मा अगे कर सकते हाँ, क्योंकि ਉਹਦੇ अगे हुक्म नहीं चलता। गुरु साहब कहते हैं परमेश्वर ते भुलिया व्यापन सदे रोग। जदों असं भुल जाते हाँ, वो साडे चेते विचों विसर जाता है, उदों साडी जिंदगी जिहड़ी है दुखां दे विच आके भटकदी है। गुरु साहब का अज का जिहड़ा छेवीं पौड़ी जिहड़ी है, इहदे विच गुरु साहब ने यही दस्सिया है कि उही कारज करो जो गुरु नूं भाउंदे हन, जिस दे नाल वो गुरु तुहाडे ते खुश होवे। उस गुरु दे शब्द नूं अपने हिरदे दे विच बसाओ, उसका रटन करो, उसका जाप करो, वाहे वाहे गुरु का जाप करो, उस परमात्मा नूं चेते विच रखो ताकि तुहाडा जीवन जिहड़ा वो सुधर सके। और हमेशा यही अरदास करो कि ऐ परमात्मा तू सानू समझ दे, अपनी समझ दे, ज्ञान दे अपना। और इतना ही नहीं, ज्ञान देने तो बाद तेरी हर वेले याद इस हिरदे दे विच बनी रहे। इतनियां ही बेनतियां प्रवान करनियां। अणजाण हाँ, कथा करदियां होया बहुत सारियां गलतियां हो गईयां होणगियां। परिपूर्ण परमात्मा धन धन श्री गुरु ग्रंथ साहिब जी महाराज और साध संगत बख्शण जोग है, बख्श लेना, किरपा करनी, अरदास करनी दास दे वास्ते कि दास इसे तरह ही आप संगतां दी चरण धूड़ी नूं इस मस्तक ते लाउंदा रहे ਅਤੇ खुशियां प्राप्त करता रहे। उस गुरु के गुण, उस गुरु के प्यार नूं गाउंदा रहे और आप दे हिरदे विच भी उस परिपूर्ण परमात्मा दे लई प्यार पैदा करे ताकि साडे जीवन दे विच खुशी आवे, खेड़ा आवे। इतनियां ही बेनतियां प्रवान करनियां। वाहिगुरू जी का खालसा, वाहिगुरू जी की फतेह। हुण साडे गुरु घर दे वजीर सरदार बलजीत सिंह जी वो आप नूं कीर्तन द्वारा निहाल करनगे। वाहिगुरू जी का खालसा, वाहिगुरू जी की फतेह।